मट्टी का क्या तोपे स्वामी, मानस की गत कोट अपराध हमारे खंडो, अनिक विधि समझावो। हम अज्ञान अल्प मत थोरी, तुम आपन विरद रखावो। मैं मूर्ख की केतक बात है, सारे जपो। मैं मूर्ख की केतक कोट पराधी तरिया रे, गुरु नानक जिन गज के गुरु नानक जिन, गुरु नानक जिन सुनिया पेखिया, से फिर गर पासना, से फिर गर पासना। गुरु नानक जिन सुनिया पेखिया, से फिर गर पास ना परिया। सतगुर केवल हारे, सतगुर केवल हारे अपने, सतगुर केवल हारे, सतगुर केवल हारे। सतगुर गज के सत्संग सतगुर केवल, जिन्नी गिणती विच आपां बैठे ना, तुहाडी आवाज़ और रोड तो बाहर जानी चाहिए। गज के बोलो सतगुर दे प्यार विच। और जिन्हां सेवादारां दी ड्यूटी संगत नूं नमस्कार कराउण ते लगी है, उन्हां नूं बेनती सिर्फ इशारे विच ही संगत नूं कहना है, तुहाडी आवाज़ नहीं उच्ची होनी चाहिए। आओ गज के पढ़ो। सतगुर केवल हारे अपने, सतगुर केवल हारे, सतगुर केवल हारे अपने, सतगुर केवल हारे, सतगुर केवल। सतगुर केवल आगे सुख पाशे सुख सहजा, आगे सुख पाशे सुख सहजा, आगे सुख वाह वाह, आगे घर आनंद हमारे अपने, सतगुर केवल हारे, सतगुर केवल हारे अपने, सतगुर केवल हारे, सतगुर केवल। वाहिगुरु सतगुर केवल। आखो सतनाम श्री, गज के आखो सतनाम श्री।
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸੇਵਾ ਕਰਨ ਵਾਸਤੇ ਸੇਵਾਦਾਰਾਂ ਨੂੰ ਸੇਵਾ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਸਾਧ ਸੰਗਤ ਵਿੱਚ ਬਹਿ ਕੇ ਕਥਾ ਕੀਰਤਨ ਸਰਵਣ ਕਰਨਾ ਵੀ ਬਹੁਤ ਵੱਡੀ ਭਗਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਸਭ ਤੋਂ ਪਹਿਲਾਂ ਜਪਜੀ ਸਾਹਿਬ ਹੀ ਪੜ੍ਹੋਗੇ। 4 ਪੌੜੀਆਂ ਸੁਣਨ ਦੀ ਵਡਿਆਈ ਹੈ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਧਵਲ ਆਕਾਸ਼, ਸੁਣੈ ਦੀਪ ਲੋ ਪਾਤਾਲ, ਸੁਣੈ ਪੋਹ ਨਾ ਸਕੈ ਕਾਲ। ਤੇ ਵਾਰ-ਵਾਰ ਹਰੇਕ ਪੌੜੀ ਨਾਲ 4 ਪੌੜੀਆਂ 'ਚ ਪਤਾ ਕੀ ਲਿਖਿਆ? ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਸੁਣਨ ਨਾਲ 2 ਚੀਜ਼ਾਂ ਦਾ ਨਾਸ਼ ਹੋ ਜਾਂਦਾ, ਦੁੱਖ ਦਾ ਵੀ ਤੇ ਪਾਪ ਦਾ ਵੀ। ਦੁੱਖਾਂ ਦੀ ਜੜ ਪਾਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਪਹਿਲਾਂ ਤੂੰ ਪਾਪ ਕਰਦਾ ਫਿਰ ਦੁੱਖ ਪੈਦਾ ਹੁੰਦੇ ਨੇ। ਪਹਿਲਾਂ ਅੰਦਰ ਜੜ ਲੱਗਦੀ ਹੈ ਪਾਪ ਦੀ, ਫਿਰ ਉਹਦੇ ਬਦਲੇ ਵਿੱਚ ਦੁੱਖ ਮਿਲਦਾ ਹੈ। ਇਸ ਲਈ ਦੱਦਾ ਦੋਸ਼ ਨਾ ਦੇਊ ਕਿਸੇ, ਕਿਉਂ ਦੋਸ਼ ਕਰਮਾਂ ਆਪਣਿਆਂ। ਭਾਈ ਤੇਰੇ ਪਾਪਾਂ ਤੇਰੇ ਕਰਮਾਂ ਦਾ ਫਲ ਹੈ। ਦੋਵੇਂ ਚੀਜ਼ਾਂ ਨਾਸ਼ ਹੋ ਜਾਂਦੀਆਂ। ਸੁਣੈ ਦੁਖ ਪਾਪ ਕਾ ਨਾਸ, ਸਭ ਤੋਂ ਵੱਡੀ ਭਗਤੀ ਹੈ ਸੁਣਨਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਾਂ ਸਾਰਿਆਂ ਨੂੰ ਜੋੜਿਆ। ਕਿਸੇ ਵੀ ਰਹਿਬਰ ਪੈਗੰਬਰ ਦਾ ਅਵਤਾਰ ਦਾ ਇਸ ਧਰਤੀ ਤੇ ਹੋਣਾ, ਉਹਦਾ ਕਾਰਨ ਹੁੰਦਾ ਹੈ ਕਿ ਉਸ ਵਕਤ ਦੇ ਹਾਲਾਤ ਸਹੀ ਨਹੀਂ। ਉਸ ਵਕਤ ਦੇ ਲੋਕਾਂ ਵਿੱਚ ਅਗਿਆਨਤਾ ਦਾ ਅੰਧਕਾਰ ਹੈ। ਉਸ ਅੰਧਕਾਰ ਨੂੰ ਦੂਰ ਕਰਨ ਵਾਸਤੇ ਕਿਸੇ ਅਵਤਾਰ ਨੂੰ ਆਉਣਾ ਪੈਂਦਾ ਹੈ, ਪ੍ਰਕਾਸ਼ ਲੈਣਾ ਪੈਂਦਾ ਹੈ। ਸਾਧ ਸੰਗਤ, ਉਹਦੇ ਆਉਣ ਨਾਲ ਫਿਰ ਧਰਮ ਵੱਧਦਾ ਹੈ। ਧਰਤੀ ਜਿਹੜੀ ਹੈ ਉਹ ਧਰਮ ਦੇ ਆਸਰੇ ਖੜੀ ਹੈ। ਜਦੋਂ ਜਦੋਂ ਪਾਪ ਵਧਣਗੇ, ਤਦੋਂ ਤਦੋਂ ਇਸ ਧਰਤੀ ਉੱਤੇ ਸਾਧ ਸੰਗਤ ਕੋਈ ਨਾ ਕੋਈ ਭਗਤੀ ਵਾਲੇ, ਬੰਦਗੀ ਵਾਲੇ ਰਹਿਬਰ, ਅਵਤਾਰ, ਪੈਗੰਬਰ, ਔਲੀਆ ਆਉਂਦੇ ਨੇ। ਉਹ ਇਸ ਧਰਤੀ ਦੇ ਕਿਸੇ ਨਾ ਕਿਸੇ ਟੁਕੜੇ ਤੇ ਲੋਕਾਂ ਨੂੰ ਧਰਮ ਨਾਲ ਜੋੜਦੇ ਨੇ। ਧਰਤੀ ਫਿਰ ਸਥਿਰ ਹੋ ਜਾਂਦੀ ਹੈ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ, ਕੋਈ ਨਾ ਥੰਮੇ ਸਾਧ ਬਿਨ ਸਾਧ ਨਾ ਦਿਸੈ, ਜੱਗ ਵਿੱਚ ਕੋਆ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਇਸ ਧਰਤੀ ਤੇ ਪ੍ਰਕਾਸ਼ ਲੈ ਕੇ ਫਿਰ ਧਰਮ ਨੂੰ ਵਧਾਇਆ ਔਰ ਸਾਧ ਪੈਦਾ ਕੀਤੇ। ਆਓ ਪਾਤਸ਼ਾਹ ਦੀ ਵਡਿਆਈ ਵਿੱਚ ਆਪਾਂ ਕੁਝ ਮਿੰਟ ਜੁੜਨਾ ਹੈ। ਸਾਧ ਸੰਗਤ, ਇਹ ਸੱਚਾਈ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ। ਆਪਾਂ ਵੀ ਬਹੁਤ ਵੱਡੇ ਪੱਧਰ ਉੱਤੇ ਗੁਰਪੁਰਬ ਮਨਾ ਰਹੇ ਹਾਂ ਔਰ ਪੂਰੇ ਵਿਸ਼ਵ ਦੇ ਅੰਦਰ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਿਰਾਜ ਰਹੇ ਹਨ, ਸਾਧ ਸੰਗਤ, ਉਹ ਸਦੀਆਂ ਤੋਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰ ਰਹੇ ਨੇ। ਅੱਜ ਵੀ ਹੋ ਰਹੀ ਹੈ। ਅੱਜ ਤੋਂ ਬਾਅਦ ਵੀ ਸਦੀਆਂ ਤੱਕ ਵਡਿਆਈ ਹੋਏਗੀ। ਇਹ ਸੱਚਾਈ ਹੈ। ਇਹਨੂੰ ਬਾਹਰੀ ਤੌਰ ਤੇ ਕੋਈ ਝੂਠੀ ਨਿਮਰਤਾ ਜਾਂ ਬਾਹਰੀ ਅੱਖਰ ਨਾ ਸਮਝੀਏ। ਇਹ ਹਕੀਕਤ ਹੈ। ਸਾਧ ਸੰਗਤ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਸਦੀਆਂ ਹੋ ਗਈਆਂ ਨੇ, ਸਦੀਆਂ ਤੱਕ ਹੁੰਦੀ ਰਹੇ ਗਈ। ਇਸ ਧਰਤੀ ਤੇ ਜਿੰਨੀ ਦੇਰ ਇਹ ਧਰਤੀ ਦਾ ਬ੍ਰਹਮੰਡ ਵਿੱਚ ਟੁਕੜਾ ਰਹੇਗਾ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਮੁੱਕੇਗੀ ਨਹੀਂ। ਅਸੰਖਾਂ ਜਨਮ ਲੈ ਕੇ ਵੀ ਆਪਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਨਹੀਂ ਪੂਰੀ ਕਰ ਸਕਦੇ। ਜੇ ਕੋ ਕਹੀਏ ਨਾ ਵੀ ਜਨਮ ਲੈ ਕੇ ਹੋਰ ਵਡਿਆਈ ਕਰੀਏ, ਵਡਿਆਈ ਮੁੱਕ ਜਾਏਗੀ, ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਪ੍ਰਗਟ ਭਈ ਸਗਲੇ ਯੁੱਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਇਸ ਸੰਸਾਰ ਧਰਤੀ ਯੁੱਗਾਂ ਤਿੱਕਰ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ। ਆਪਾਂ ਕਰੋੜਾਂ ਜਨਮ ਵੀ ਇਸ ਧਰਤੀ ਤੇ ਲੈ ਕੇ ਵਡਿਆਈ ਕਰੀ ਜਾਈਏ ਤਾਂ ਵੀ ਵਡਿਆਈ ਖਤਮ ਨਹੀਂ ਹੋਏਗੀ। ਕਿਉਂ? ਵੱਡੇ ਵੱਡੇ ਜੋਗੀਆਂ ਨੂੰ ਇਹ ਗੱਲ ਕਹਿਣੀ ਪੈ ਗਈ ਜਿਨ੍ਹਾਂ ਦੀ ਆਪਣੀ ਉਮਰ 250-250 ਸਾਲ ਸੀ ਪ੍ਰਾਣਾਯਾਮ ਯੁਗਤ ਨਾਲ। ਵਧਾਈ ਹੋਈ ਉਮਰ ਪ੍ਰਾਣਾਯਾਮ ਯੁਗਤੀ ਨਾਲ ਜਿਨ੍ਹਾਂ ਦੀ ਉਮਰ ਵੱਡੀ ਸੀ, ਉਹ ਕਮਾਈਆਂ ਵਾਲੇ ਵੀ ਹੱਥ ਜੋੜ ਕੇ ਕਹਿੰਦੇ ਰਹੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਮਰ ਭਾਵੇਂ ਸਾਡੀ ਵੱਡੀ ਹੈ ਪਰ ਹੇ ਗੁਰੂ ਨਾਨਕ, ਕਮਾਈ ਤੇਰੀ ਵੱਡੀ ਹੈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ।
ਅੱਜ ਉਸ ਵੱਡੀ ਕਮਾਈ ਦੀ ਆਪਾਂ ਵਡਿਆਈ ਕਰ ਰਹੇ ਹਾਂ। ਆਓ ਸਾਧ ਸੰਗਤ ਕੁਝ ਕੁ ਪਲ ਜੁੜਨਾ ਹੈ, ਇੱਕ ਵਾਰ ਹਾਜ਼ਰੀ ਲਵਾਓ। ਸਾਰੀ ਸੰਗਤ ਜਿੰਨੇ ਦੂਰ ਦੁਰੇਡੇ ਸੇਵਾ ਵਿੱਚ ਵੀ ਜੁੜ ਬੈਠੇ ਹੋ ਜਾਂ ਲਾਈਵ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਜੁੜੇ ਹੋ, ਹਾਜ਼ਰੀ ਲਵਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ। ਇੱਕ ਵਾਰ ਗੱਜ ਕੇ ਆਖੋ ਹੱਥ ਜੋੜ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਆਪਾਂ ਵਾਰਤਕ ਰੂਪ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਾ ਪੜ੍ਹੀਏ, ਵਾਰਤਕ ਸਮਝਦੇ ਹੋ ਕਿਤਾਬਾਂ ਵਿੱਚ ਜਿਵੇਂ ਲਿਖੀ ਹੁੰਦੀ ਕਹਾਣੀ, ਤਾਂ ਵਾਰਤਕ ਰੂਪ ਵਿੱਚ ਵੀ ਵਿਦਵਾਨਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ਾਰਾਂ ਜਗ੍ਹਾ ਤੇ ਵਡਿਆਈ ਕੀਤੀ ਹੈ। ਹਜ਼ਾਰਾਂ ਦੀ ਤਾਦਾਦ, ਲੱਖਾਂ ਦੀ ਤਾਦਾਦ 'ਚ ਪੁਸਤਕਾਂ, ਛੋਟੇ ਮੋਟੇ ਵੱਡੇ ਟਰੈਕਟ ਔਰ ਸੈਂਕੜੇ ਦੀ ਤਾਦਾਦ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਦੇ ਗ੍ਰੰਥ ਨੇ। ਔਰ ਸਾਧ ਸੰਗਤ, ਆਪਾਂ ਸਾਰੇ ਪੱਖਾਂ ਤੋਂ ਵਾਰਤਕ ਵੀ ਜਾਂ ਹੋਰ ਪੱਖ ਵੀ ਛੱਡ ਕੇ ਜੇ ਇਕੱਲੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਹੀ ਆਪਾਂ ਲੈ ਲਈ ਨਾ, ਬਾਣੀ 'ਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵੀ ਸਾਰੇ ਹਾਲਾਤਾਂ ਦਾ ਜ਼ਿਕਰ ਕੀਤਾ ਹੈ। ਕਿਉਂ ਇਸ ਧਰਤੀ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਉਸ ਵਕਤ ਦੇ ਹਾਲਾਤ ਕਿਹੋ ਜਿਹੇ ਸਨ, ਇਹ ਸਾਰਾ ਜ਼ਿਕਰ ਪਾਤਸ਼ਾਹ ਨੇ ਸਮਾਜਿਕ, ਧਾਰਮਿਕ ਔਰ ਉਸ ਵਕਤ ਦੇ ਜੋ ਰਾਜਨੀਤਿਕ ਹਾਲਾਤ ਸਨ ਉਹਨਾਂ ਦਾ ਜ਼ਿਕਰ ਮਹਾਰਾਜ ਨੇ ਖੁਦ ਬਾਣੀ 'ਚ ਕੀਤਾ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਦੀ ਆਹ ਪੌੜੀ ਅੱਜ ਦੇ ਕੀਰਤਨ ਦੇ ਆਰੰਭ ਵਿੱਚ ਪੜ੍ਹੀ ਗਈ, ਜਦੋਂ ਅੱਜ ਦੀਵਾਨ ਆਰੰਭ ਹੋਇਆ। ਔਰ ਤਕਰੀਬਨ ਤੁਹਾਨੂੰ ਯਾਦ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਇਹ ਤੋਂ ਅਗਲੀ ਪੰਕਤੀ ਹੈ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਥੋੜਾ ਜਿਹਾ ਇਹਦੇ ਵੱਲ ਧਿਆਨ ਦਿਓ। ਹੁਣ ਜਿਹੜੀ ਲਾਈਨ ਭਾਈ ਗੁਰਦਾਸ ਸਾਹਿਬ ਨੇ ਗੱਲ ਲਿਖੀ, ਉਹਦੇ ਨਾਲ ਨੈਗੇਟਿਵ ਪੋਜ਼ਿਟਿਵ ਦੋਏ ਚੀਜ਼ਾਂ ਜੋੜੀਆਂ। ਹਾਲਾਂਕਿ ਸਾਧ ਸੰਗਤ, ਦਿਨੇ ਸੂਰਜ ਚੜ੍ਹਦਾ, ਆ ਹੁਣ ਮਹੀਨੇ ਸ਼ੁਰੂ ਹੋਣਗੇ, ਸਰਦੀਆਂ ਦੇ ਮਹੀਨੇ, ਡੇਢ ਮਹੀਨੇ ਨੂੰ ਇਸ ਵੇਲੇ ਧੁੰਦ ਪੈਣ ਲੱਗ ਜਾਏਗੀ। ਰਾਤ ਪਈ ਹੈ ਤੇ ਧੁੰਦ ਪੈਣ ਲੱਗ ਜਾਏਗੀ। ਸਵੇਰੇ ਸੂਰਜ ਚੜ੍ਹਦਾ, ਫਿਰ ਦਿਨ ਚੜ੍ਹ ਜਾਂਦਾ। ਭਾਈ ਗੁਰਦਾਸ ਸਾਹਿਬ ਨੇ ਇਹਨਾਂ ਪੌੜੀਆਂ ਵਿੱਚ ਸੂਰਜ ਦਾ ਜ਼ਿਕਰ ਧੁੰਦ ਨਾਲ ਨਹੀਂ ਕੀਤਾ, ਸੂਰਜ ਦਾ ਜ਼ਿਕਰ ਤਾਰਿਆਂ ਨਾਲ ਕੀਤਾ। ਤੇ ਧੁੰਦ ਦੇ ਨਾਲ ਜਦੋਂ ਅੱਧੀ ਪੰਕਤੀ ਜੋੜ ਕੇ ਲਿਖੀ, ਉਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ। ਸਤਿਗੁਰ ਨਾਨਕ ਪ੍ਰਗਟਿਆ, ਬਦਲੇ 'ਚ ਕੀ ਹੋਇਆ? ਬਾਅਦ ਵਿੱਚ ਮਿਟੀ ਧੁੰਦ, ਜਗ ਚਾਨਣ ਹੋਆ। ਜਿਹੜੇ ਵੀ ਸ਼ਬਦ ਵਰਤੇ ਜਾਂਦੇ ਨੇ ਗੁਰਮਤਿ ਵਿੱਚ ਜਾਂ ਧਾਰਮਿਕ ਵਿਦਿਆ ਵਿੱਚ, ਕੁਝ ਪ੍ਰਤੀਬਿੰਬ, ਕੁਝ ਇਸ ਤਰ੍ਹਾਂ ਦੇ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਅਰਥ ਭਾਵ ਬਹੁਤ ਗਹਿਰਾ ਹੁੰਦਾ ਹੈ। ਉਹਨੂੰ ਅੱਖਰਾਂ ਤੌਰ ਤੇ ਤੁਸੀਂ ਅਰਥ ਨਹੀਂ ਕਰ ਸਕਦੇ। ਜੇ ਵਾਰੀ ਤੌਰ ਤੇ ਅੱਖਰੀ ਅਰਥਾਂ ਵਿੱਚ ਕਵਾਂਗੇ, ਉਹ ਅਰਥ ਗਲਤ ਵੀ ਹੋ ਸਕਦੇ ਨੇ। ਅੱਜ ਕੋਈ ਕਹਿ ਸਕਦਾ ਪ੍ਰਕਾਸ਼ ਤਾਂ ਅੱਜ ਵੀ ਹੈ ਗੁਰੂ ਨਾਨਕ ਸਾਹਿਬ ਜੀ ਦਾ, ਕੱਤਕ ਦੇ ਮਹੀਨੇ ਅੱਜ ਵੀ ਪ੍ਰਕਾਸ਼ ਹੁੰਦਾ ਹੈ, ਨਾਲੇ ਕਹਿੰਦੇ ਉਹ ਸਦਾ ਪ੍ਰਕਾਸ਼ ਹੈ, ਪਾਤਸ਼ਾਹ ਹਾਜ਼ਰ ਨਾਜ਼ਰ ਨੇ। ਫਿਰ ਧੁੰਦਾਂ ਤਾਂ ਹੁਣ ਵੀ ਪੈਂਦੀਆਂ ਨੇ ਬਈ। ਮਿਟੀ ਧੁੰਦ ਜਗ ਚਾਨਣ ਹੋਇਆ, ਇਹਦਾ ਮਤਲਬ ਬਾਹਰਲੀ ਧੁੰਦ ਨਾਲ ਪ੍ਰਕਾਸ਼ ਦਾ ਸੰਬੰਧ ਨਹੀਂ ਹੈ। ਜੇ ਬਾਹਰਲੀ ਧੁੰਦ ਨਾਲ ਤੁਸੀਂ ਅਰਥ ਕਰੋਗੇ, ਅਰਥ ਪਕੜ ਵਿੱਚ ਨਹੀਂ ਆਉਣਗੇ, ਗਹਿਰਾਈ ਵਿੱਚ ਜਾਣਾ ਪਏਗਾ। ਦੋ ਤਰ੍ਹਾਂ ਦਾ ਅੰਧਕਾਰ ਹਨੇਰਾ, ਮੈਂ ਪਿਛਲੇ ਸਾਲ ਵੀ ਬੇਨਤੀ ਕਹੀ ਸੀ। ਇੱਕ ਹਨੇਰਾ ਕਾਲੇ ਰੰਗ ਦਾ, ਇੱਕ ਹਨੇਰਾ ਸਫੈਦ ਚਿੱਟਾ ਦੁੱਧ ਵਰਗਾ, ਜਿਹਨੂੰ ਧੁੰਦ ਦਾ ਹਨੇਰਾ ਕਹਿੰਦੇ। ਉਹ ਚਿੱਟੇ ਰੰਗ ਦਾ ਅੰਧਕਾਰ ਹੈ। ਇਹਦੇ ਅਰਥ ਵਿਦਵਾਨਾਂ ਨੇ ਕੀਤੇ ਨੇ। ਚਿੱਟੇ ਰੰਗ ਦੀ ਧੁੰਦ ਦਾ, ਸਫੈਦ ਹਨੇਰੇ ਦਾ ਅਰਥ ਹੈ ਜਿਨ੍ਹਾਂ ਬੰਦਿਆਂ ਕੋਲ ਧਾਰਮਿਕ ਚਿੰਨ੍ਹ ਸੀ, ਜਿਨ੍ਹਾਂ ਬੰਦਿਆਂ ਕੋਲ ਧਾਰਮਿਕ ਗਿਆਨ ਸੀ, ਜਿਹੜੇ ਬੰਦੇ ਧਰਮ ਦੇ ਧਾਰਨੀ ਸੀ ਪਰ ਉਹਨਾਂ ਕੋਲ ਧਰਮ ਦਾ ਗਿਆਨ ਹੁੰਦਿਆਂ ਵੀ ਅੰਧਕਾਰ ਸੀ। ਔਰ ਦੂਜੇ ਪਾਸੇ ਕਾਲੇ ਹਨੇਰੇ ਦਾ ਅਰਥ ਹੈ ਜਿਨ੍ਹਾਂ ਨੂੰ ਧਰਮ ਦਾ ਗਿਆਨ ਨਹੀਂ ਸੀ, ਜਿਨ੍ਹਾਂ ਨੇ ਧਰਮ ਦੀ ਕੋਈ ਕਿਤਾਬ, ਕੋਈ ਗਿਆਨ ਨਹੀਂ ਸੀ ਪੜ੍ਹਿਆ। ਪਾਤਸ਼ਾਹ ਨੇ ਦੋਵਾਂ ਤੱਕ ਪਹੁੰਚ ਕੀਤੀ। ਔਰ ਸਭ ਤੋਂ ਵੱਧ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਉਦਾਸੀਆਂ ਉਹਨਾਂ ਲੋਕਾਂ ਵੱਲ ਰਹੀਆਂ। ਭਾਵ ਪ੍ਰਚਾਰਕ ਫੇਰੀ ਉਹਨਾਂ ਲੋਕਾਂ ਤੱਕ ਗਈ ਜਿਹੜੇ ਬੰਦੇ ਗਿਆਨ ਦੇ ਹੁੰਦਿਆਂ ਅੰਧਕਾਰ ਵਿੱਚ ਸੀ।